ਸੋ ਅੱਜ ਗੱਲ ਕਰਦੇ ਹੈਗੇ ਅਫੀਮ ਬਾਰੇ। ਅਫੀਮ ਬਾਰੇ ਜਿਹੜੀ ਹੈਗੀ ਠੀਕ ਹੈ ਨਾ, ਬੜੀ ਕਾਮਨ ਜੀ। ਇਹ ਜਿਹੜੀ ਜਿਸ ਬਾਰੇ ਆਪਾਂ ਦਰਵੇ ਬਾਰੇ ਗੱਲ ਕਰ ਰਹੇ ਹੈਗੇ ਆਪਣੇ ਪੰਜਾਬ ਹਰਿਆਣਾ ਵਿੱਚ ਇਸ ਤਰ੍ਹਾਂ ਦੀ ਪਾਈ ਬੜੀ ਕਾਮਨ ਹੈਗੀ, ਕਿਉਂਕਿ ਆਪਾਂ ਕਾਮਨਲੀ ਵਰਡ ਯੂਜ਼ ਕਰਦੇ ਅਫੀਮ ਜੀ ਹੈ ਨਾ। ਅਫੀਮ ਭੁੱਕੀ ਖਾਣ ਵਾਲੇ ਹੈ ਨਾ, ਭਾਂਗ ਖਾਣੇ ਵਾਲੇ, ਗਾਂਜਾ, ਚਰਸ, ਇਹ ਸਾਰੀ ਚੀਜ਼ਾਂ ਆਪਣੇ ਇੱਥੇ ਲੋਕਲੀ ਪੈਰੀਫਰੀਜ਼ ਦੇ ਅੰਦਰ ਤੁਹਾਨੂੰ ਬਹੁਤ ਮਿਲ ਜਾਣਗੀਆਂ। ਖਾਸ ਕਰ ਜਿਹੜੇ ਟਰੱਕ ਡਰਾਈਵਰ ਜਾਂ ਇਸ ਤਰ੍ਹਾਂ ਦੇ ਲੋਕ ਹੈਗੇ ਆ, ਜਿਹੜੇ ਮਤਲਬ ਰਿਕਸ਼ਾ ਜਾਂ ਮਤਲਬ ਵੈਂਡਰਸ ਹੈਗੇ ਆ, ਇਸ ਤਰ੍ਹਾਂ ਦੇ ਲੋਕ ਜ਼ਿਆਦਾਤਰ ਤੁਹਾਨੂੰ ਇਸ ਤਰ੍ਹਾਂ ਚੀਜ਼ਾਂ ਲੈਂਦੇ ਮਿਲ ਜਾਣਗੇ। ਹੁੰਦਾ ਕੀ ਹੈ, ਪਬਲਿਕ ਦੇ ਅੰਦਰ ਨਾ ਮਿਥਸ ਹੁੰਦੀਆਂ ਕਿ ਇਸ ਤਰ੍ਹਾਂ ਦੀ ਚੀਜ਼ ਖਾਣ ਦੇ ਨਾਲ ਕੁਛ ਨੂੰ ਮੰਨ ਲਓ ਦਸਤ ਦੀ ਪ੍ਰੋਬਲਮ ਹੈ ਤੇ ਜੀ ਦਸਤ ਠੀਕ ਹੋ ਜਾਣਗੇ। ਜ਼ਿਆਦਾਤਰ ਲੋਕ ਕਰਦੇ ਕੀ ਹੈ, ਇੱਕ ਦੂਜੇ ਨੂੰ ਆਦਤ ਪਾਉਣ ਵਾਸਤੇ ਪਹਿਲੇ ਇੱਕ ਛੋਟੀ ਜਿਹੀ ਚੀਜ਼ ਦੇ ਦਿੰਦੇ। ਪੈਰਾਲਿਸਿਸ ਹੈ ਬੜਾ ਕਾਮਨ ਜਿਹਾ ਇੱਥੇ ਕਿ ਪੈਰਾਲਿਸਿਸ ਹੈ ਤਾਂ ਥੋੜੀ ਜਿਹੀ ਫੀਮ ਦੇ ਦੋ ਜਿਹੜੀ ਹੈਗੀ। ਪੈਰਾਲਿਸਿਸ ਹੋਣ ਵਾਲਾ ਹੋਏਗਾ ਤਾਂ ਠੀਕ ਹੋ ਜਾਏਗਾ, ਠੀਕ ਹੈ ਨਾ। ਸ਼ੂਗਰ ਹੈ ਤਾਂ ਜੀ ਫੀਮ ਦੇ ਦੋ ਥੋੜੀ ਜਿਹੀ ਹੈਗੀ। ਮਤਲਬ ਇਹ ਬੜੀ ਪਬਲਿਕਲੀ ਮਿਥਸ ਹੈਗੀਆਂ ਜਿਹੜੀ ਸੋਸਾਇਟੀ ਦੇ ਅੰਦਰ ਹੈਗੀਆਂ। ਔਰ ਉਹਦੀ ਵਜ੍ਹਾ ਨਾਲ ਕੀ ਹੁੰਦਾ ਹੈ ਕਿ ਇੱਕ ਵਾਰ ਬੰਦਾ ਅਫੀਮ ਲੈਣੀ ਸ਼ੁਰੂ ਕਰ ਦਿੰਦਾ ਹੈ, ਫਿਰ ਉਹ ਕੀ ਹੁੰਦਾ, ਹਾਲੇ ਮੈਂ ਸਟੇਜਿਸ ਦੱਸਾਂਗਾ ਕਿ ਇਹਦੀ ਸਟੇਜਿਸ ਆਉਂਦੀਆਂ, ਐਕਸਾਈਟੇਸ਼ਨ ਦੀ ਸਟੇਜ ਹੁੰਦੀ ਹੈ। ਸੋ ਹੀ ਫੀਲ ਦਸ ਮਤਲਬ ਐਕਚੁਅਲੀ ਆਪਣੇ ਸੈਰੋਟੋਨਿਨਸ ਕਾਫੀ ਅੱਛੇ ਖਾਸੇ ਰਿਲੀਜ਼ ਹੁੰਦੇ ਹੈ, ਜਿਹਦੀ ਵਜ੍ਹਾ ਨਾਲ ਬੰਦੇ ਨੂੰ ਕੀ ਹੁੰਦਾ, ਕਾਫੀ ਇੱਕ ਵੈਲਬੀਂਗ ਦੀ ਫੀਲਿੰਗ ਆਉਂਦੀ ਹੈ। ਉਸ ਵੈਲਬੀਂਗ ਦੀ ਫੀਲਿੰਗ ਨੂੰ ਲੈਣ ਵਾਸਤੇ ਉਹ ਬਾਰ-ਬਾਰ ਉਸ ਸਬਸਟੈਂਸ ਦਾ ਅਬਿਊਜ਼ ਹੋਣਾ ਸ਼ੁਰੂ ਹੋ ਜਾਂਦਾ ਹੈ। ਦੈਟ ਇਜ਼ ਕਾਲਡ ਸਬਸਟੈਂਸ ਅਬਿਊਜ਼। ਜਿਹੜੇ ਜਿੰਨੇ ਵੀ ਆਪਾਂ ਹੁਣ ਜਿਹੜੇ ਨਾਰਕੋਟਿਕਸ ਦੀ ਗੱਲ ਕਰਦੇ ਤਾਂ ਨਾਰਕੋਟਿਕਸ ਜਿਹੜੇ ਟੌਪ ਲੈਵਲ ਤੇ ਕਵਾਂ ਤਾਂ ਆਪਣੇ ਇਸ ਏਰੀਆ ਵਿੱਚ ਜਿਹੜਾ ਹੈਗਾ ਟੌਪ ਲੈਵਲ ਤੇ ਇਹ ਚੀਜ਼ਾਂ ਆਉਂਦੀਆਂ ਨੇ। ਦਿਸ ਇਜ਼ ਕਾਲਡ ਸਬਸਟੈਂਸ ਅਬਿਊਜ਼। ਤੁਸੀਂ ਇੱਕ ਵਾਰ ਯੂਜ਼ ਕੀਤਾ, ਯੂਜ਼ ਕਿਸ ਵਾਸਤੇ ਕੀਤਾ, ਯੂ ਯੂਜ਼ ਇਟ ਫॉर ਇੰਜੋਇਮੈਂਟ ਪਰਪਸ, ਯੂ ਯੂਜ਼ ਇਟ ਫॉर ਕਿਸੇ ਨਾ ਕਿਸੇ ਬਿਮਾਰੀ ਵਾਸਤੇ, ਡਿਸੀਜ਼ ਪਰਪਸ ਤੋਂ ਯੂਜ਼ ਕੀਤਾ, ਬਟ ਉਹ ਚੀਜ਼ ਤੁਹਾਡੀ ਆਦਤ ਵਿੱਚ ਪੈ ਗਈ। ਨਾਓ ਯੂ ਕੈਨ, ਜਿਸ ਨੂੰ ਤੁਸੀਂ ਛੋੜ ਨਹੀਂ ਪਾ, ਦੈਟ ਇਜ਼ ਕਾਲਡ ਸਬਸਟੈਂਸ ਅਬਿਊਜ਼। ਸੋ ਇਹਦਾ ਕੰਮ ਕੀ ਹੈ, ਫੋਰਬ੍ਰੇਨ ਤੇ ਸਭ ਤੋਂ ਜ਼ਿਆਦਾ ਇਫੈਕਟ ਹੁੰਦਾ ਹੈਗਾ। ਇਟ ਕ੍ਰੀਏਟ ਡੈਸਪਰੇਟਰੀ ਡਿਪਰੈਸ਼ਨ। ਉਸ ਗਰੁੱਪ ਵਿੱਚ ਇਸ ਨੂੰ ਰੱਖਿਆ ਗਿਆ ਸੈਡੇਟਿਵ, ਐਨਾਲਜੈਸਿਕ, ਇਹਨਾਂ ਚਾਰਾਂ ਗਰੁੱਪ ਵਿੱਚ ਇਹਨੂੰ ਰੱਖਿਆ ਗਿਆ ਹੈਗਾ, ਠੀਕ ਹੈ। ਇਹਦਾ ਮੈਡੀਸਨਲ ਯੂਜ਼ ਵੀ ਬਹੁਤ ਜ਼ਿਆਦਾ ਕੀਤਾ ਜਾਂਦਾ ਹੈਗਾ। ਮੈਡੀਸਨ ਯੂਜ਼ ਕਿੱਥੇ ਕੀਤਾ ਜਾਂਦਾ ਹੈਗਾ, ਐਜ਼ ਫॉर द ਸੇਕ ਆਫ ਸੈਡੇਟਿਵਸ। ਹੁਣ ਕਿਸ ਨੂੰ ਨੀਂਦ ਨਹੀਂ ਆ ਰਹੀ ਹੈਗੀ ਹੈ ਨਾ, ਪਹਿਲੇ ਟਾਈਮ 'ਤੇ ਕੀ ਹੁੰਦਾ ਸੀ, ਤੁਸੀਂ ਬਹੁਤ ਆਪਣੀ ਜਨਰੇਸ਼ਨ ਤੋਂ ਪਿਛਲੀ ਜਨਰੇਸ਼ਨ ਵਿੱਚ ਜਾਓਗੇ ਨਾ, ਤੇ ਮਾਵਾਂ ਕੀ ਕਰਦੇ ਸੀ, ਬੱਚੇ ਨੂੰ ਥੋੜੀ ਜਿਹੀ ਫੀਮ ਖਿਲਾ ਦਿੰਦੇ ਸੀ, ਸੁੱਤਾ ਰਹੇਗਾ, ਰੋਣਾ ਨਹੀਂ ਪਾਏਗਾ, ਰੋਏਗਾ ਨਹੀਂ ਜਿਹੜਾ ਹੈਗਾ, ਠੀਕ ਹੈ ਨਾ। ਇਟ ਵਾਜ਼ ਏ ਕਾਮਨ ਪ੍ਰੈਕਟਿਸ। ਅਗਰ ਤੁਸੀਂ ਪਾਰਟੀਸ਼ਨ ਵਾਲੇ ਜਿਹੜੇ ਦਾਦਾ ਦਾਦੀ ਤੋਂ ਸੁਣੋਗੇ ਨਾ, ਮਤਲਬ ਥੋੜੀ ਜਿਹੀ ਫੀਮ ਦਾ ਇੱਕ ਟੁਕੜਾ ਚਾਵਲ ਜਿੰਨਾ ਹੀ ਖਿਲਾ ਦਿਓ, ਬੱਚਾ ਸੋਏ ਉਹ ਨਹੀਂ ਕਰੇਗਾ, ਬੱਚਾ ਪਿਸ਼ਾਬ ਨਹੀਂ ਜ਼ਿਆਦਾ ਜਾਏਗਾ। ਸੋ ਇਟ ਵਾਜ਼ ਏ ਮਿਥ। ਐਨਾਲਜੈਸਿਕ, ਹਲੇ ਮੈਂ ਇਹਦੇ ਐਲਕਲੋਇਡਸ ਪੜ੍ਹਾਵਾਂਗਾ ਤੁਹਾਨੂੰ, ਇਹਦੇ ਜਿਹੜੇ ਡੈਰੀਵੇਟਿਵ ਸਿੰਥੈਟਿਕ ਜਾਂ ਜਿਹੜੇ ਨੈਚੁਰਲ ਡੈਰੀਵੇਟਿਵਸ ਹੈਗੇ ਉਹਨਾਂ ਦੇ ਬਾਰੇ ਆਪਾਂ ਗੱਲ ਕਰਾਂਗੇ। ਸੋ ਇਹਦਾ ਯੂਜ਼ ਜਿਹੜਾ ਹੈਗਾ ਐਨਾਲਜੈਸਿਕ ਦੇ ਤੌਰ ਤੇ ਅੱਜ ਵੀ ਸਾਇੰਸ ਵਿੱਚ ਹੁੰਦਾ ਹੈਗਾ। ਇਟ ਇਜ਼ ਅ ਵੈਰੀ ਗੁੱਡ ਐਨਾਲਜੈਸਿਕ, ਕਿਉਂਕਿ ਜਿੱਥੇ ਤੁਹਾਡੇ NSAID ਨੋਨ ਸਟੀਰੋਇਡਲ ਐਂਟੀ ਇਨਫਲੇਮੇਟਰੀ ਡਰੱਗਸ ਫੇਲ ਹੋ ਜਾਂਦੇ ਨੇ, ਤੁਸੀਂ ਡਾਈਕਲੋਫੈਨਿਕ ਯੂਜ਼ ਕਰ ਦਿਓ, ਹਰੇ ਪੱਤੇ ਵਾਲੀ ਗੋਲੀ ਹੈ ਨਾ, ਜਿਹਦੇ ਤੁਸੀਂ ਡਾਈਕਲੋਫੈਨਿਕ ਪੋਟਾਸ਼ੀਅਮ ਯੂਜ਼ ਕਰ ਦਿਓ, ਇਹ ਸਭ ਚੀਜ਼ਾਂ ਕੀ ਹੈਗੀਆਂ, ਇਹ ਜੋ ਚੀਜ਼ਾਂ ਫੇਲ ਹੋ ਜਾਂਦੀਆਂ, ਜਿੱਥੇ ਪੇਨ ਕਿਲਰ ਦਾ ਕੰਮ ਨਹੀਂ ਕਰਦੇ। ਕਿਹੜੀ ਸਥਿਤੀ ਹੁੰਦੀ ਹੈ, ਜਿੱਥੇ ਕੈਂਸਰ ਹੈਗਾ, ਇਸ ਤਰ੍ਹਾਂ ਦੀ ਜਿਹੜੀ ਜਗ੍ਹਾ ਹੈਗੀ ਹੈ, ਜਿੱਥੇ ਪੇਸ਼ੈਂਟ ਨੂੰ ਪੇਨ ਬਹੁਤ ਜ਼ਿਆਦਾ ਸੀਵੀਅਰ ਪੇਨਸ ਹੈਗੀਆਂ, ਇਟ ਇਜ਼ ਅਨਕੰਟਰੋਲੇਬਲ। ਉੱਥੇ ਤੁਹਾਨੂੰ ਕੀ ਕਰਨਾ ਪੈਂਦਾ, ਤੁਹਾਨੂੰ ਉੱਥੇ ਪੇਸ਼ੈਂਟ ਨੂੰ ਤੁਹਾਡੇ ਕੋਲ ਕੋਈ ਰਾਹ ਨਹੀਂ ਹੈ। ਤੁਸੀਂ ਬਸ ਇਹ ਚਾਹੁੰਦੇ ਹੋ ਕਿ ਪੇਸ਼ੈਂਟ ਸੁੱਤਾ ਰਹੇ ਤੇ ਨਾਲ ਉਹਨੂੰ ਪੇਨਸ ਨਾ ਹੋਣ, ਤੁਸੀਂ ਉਹਦਾ ਟਾਈਮ ਕੱਢਣਾ ਹੈਗਾ ਉਸ ਚੀਜ਼ ਦਾ, ਜਿਹੜੀ ਪੇਨ ਦਾ ਟਾਈਮ ਹੈਗਾ। ऐसे टाइम पे the morphines or the opiums, they are the best drug considered. मतलब they are act as very good sedatives, they good act as very good analgesics. So आज ਆਪਾਂ स्टार्ट कर देते हैं। पर्याय की है आइफेन, अफेन, निफेन, आइफेनिक, आफूक, फनीफेन, नागफेन, अफीम, अफू, अमल। ਆਪਾਂ ਕਹਿੰਦੇ ਨਾ वर्ड अपने पंजाबी ਵਿੱਚ ਹੁੰਦਾ अमली, है ना, बड़ा कॉमनली कहते अमली, अमल, then अफीम, अफ्यून, and commonly it is called opium। ਹੁੰਦਾ ਕੀ ਹੈ, ਖਾਸ ਕਰ ਇਹਨਾਂ ਪਤਾ ਹੋਣਾ ਚਾਹੀਦਾ ਕਿ ਪੇਪੇਵਰੇਸੀ ਫੈਮਿਲੀ ਦਾ ਹੈਗਾ ਪਲਾਂਟ ਜਿਹੜਾ ਹੈਗਾ, ਠੀਕ ਹੈ। ਇਹਦੀ ਖੇਤੀ ਹਰ ਜਗ੍ਹਾ ਅਲਾਉਡ ਨਹੀਂ ਹੈ। ਇਹਦੀ ਖੇਤੀ ਕਰਨ ਵਾਸਤੇ ਗਵਰਨਮੈਂਟ ਦੀ ਪਰਮਿਸ਼ਨ ਲੈਣੀ ਪੈਂਦੀ ਹੈ। ਇਸ ਲਈ ਵਰਲਡ ਦੇ ਕੁਝ ਹੀ ਸੈਕਟਰਸ ਦੇ ਅੰਦਰ ਇਹਦੀ ਖੇਤੀ ਹੁੰਦੀ ਹੈ। ਕੁਝ ਕੰਟਰੀਜ਼ ਨੇ ਇਹਨੂੰ ਅਲਾਉ ਕੀਤਾ ਹੋਇਆ, ਕੁਝ ਕੰਟਰੀਜ਼ ਦੇ ਲਾਜ਼ ਦੇ ਅਕੋਰਡਿੰਗਲੀ ਅਲਾਉਡ ਨਹੀਂ ਹੈ। ਆਪਣੇ ਇੰਡੀਆ ਵਿੱਚ ਇਹਨੂੰ ਕਰਨ ਵਾਸਤੇ ਇਹਦੀ ਪ੍ਰੋਪਰ ਪਰਮਿਸ਼ਨ ਲੈ ਕੇ ਤਦ ਇਹਨੂੰ ਦੇਣਾ ਪੈਂਦਾ ਹੈ। ਈਵਨ ਜਿੱਥੋਂ ਇਹ ਨਿਕਲਦਾ ਹੈਗਾ ਉੱਥੇ ਇਹਦੀ ਕਿੰਨੀ ਪ੍ਰੋਡਕਸ਼ਨ ਹੋਈ, ਉਸ ਪ੍ਰੋਡਕਸ਼ਨ ਤੋਂ ਬਾਅਦ ਕਿੰਨੇ ਯੂਨਿਟਸ ਵੇਚੇ ਗਏ, ਕਿੰਨੇ ਯੂਨਿਟ ਸ਼ੇਸ਼ ਰਹਿ ਗਏ, ਇਹ ਸਾਰਾ ਦਾ ਸਾਰਾ ਡਾਟਾ ਰੱਖਿਆ ਜਾਂਦਾ ਹੈ। ਦਿਸ ਡਰੱਗ ਕਮ ਅੰਦਰ ਨਾਰਕੋਟਿਕ ਐਕਟ। ਇਹਦਾ ਇੱਕ ਇੱਕ ਜਿਹੜਾ ਦਾਣਾ ਵੀ ਹੈਗਾ ਉਹ ਵੀ ਜਿੱਥੇ ਜਾਏਗਾ ਉਹਦਾ ਇੱਕ ਪ੍ਰੋਪਰ ਡਾਟਾ ਮੇਨਟੇਨ ਕਰਨਾ ਹੋਵੇਗਾ, ਜਿਹੜਾ ਉਹ ਐਥੀਕਲ ਵੇ ਵਿੱਚ। ਫਿਰ ਆਪਾਂ ਕਰੀਏ ਫਲੀਆਂ ਜਿਹੜੀਆਂ ਹੁੰਦੀਆਂ ਇਹਦੀਆਂ, ਉਹ ਸਭ ਤੋਂ ਜ਼ਿਆਦਾ ਉਸ ਵਿੱਚ ਕੀ ਕੀਤਾ ਜਾਂਦਾ, ਕੱਢਣ ਦਾ ਤਰੀਕਾ ਕੀ ਹੈ, ਦਿਸ ਇਜ਼ ਦ ਮੈਥਡ। ਅਗਰ ਤੁਸੀਂ ਫਲੀ ਦੇਖੋਗੇ, ਗੋਲ ਦੀ ਫਲੀ ਹੁੰਦੀ ਹੈ, ਜਿਸ ਤਰ੍ਹਾਂ ਇੱਕ ਰਾਊਂਡ ਫਲੀ ਹੁੰਦੀ ਹੈ, ਉਹਨਾਂ ਨੂੰ ਲੌਂਗੀਟਿਊਡਨਲ ਇੱਕ ਚੀਰਾ ਦੇ ਦਿੱਤਾ ਜਾਂਦਾ ਹੈ।
ਤੁਸੀਂ ਫੋਟੋਆਂ 'ਚ ਦੇਖੋਗੇ ਦਿਸ ਇਜ਼ ਹੌਰੀਜ਼ੌਂਟਲ ਬਟ ਇਟ ਇਜ਼ ਲੌਂਗੀਟਿਊਡਨਲ। ਉਸ ਤੋਂ ਬਾਅਦ ਕੀ ਹੁੰਦਾ, ਉਹਦੇ ਚਾਰੋਂ ਤਰਫ ਨਾ ਇੱਕ ਪੋਲੀਥੀਨ ਲਪੇਟ ਦਿੰਦੇ। ਪੋਲੀਥੀਨ ਇੱਕ ਇਸ ਤਰ੍ਹਾਂ ਦਾ ਕੈਪ ਟਾਈਪ ਪੋਲੀਥੀਨ ਹੁੰਦਾ, ਚਾਰੋਂ ਤਰਫ ਲਪੇਟ ਦਿੱਤਾ ਜਾਂਦਾ ਹੈ। ਸਾਰੀ ਰਾਤ ਜਿਹੜਾ ਹੈਗਾ, ਰਾਤ ਭਰ ਉਸ ਤੋਂ ਜਿਹੜਾ ਰਸ ਨਿਕਲਦਾ ਰਹਿੰਦਾ ਹੈ, ਉਹ ਕੀ ਹੁੰਦਾ, ਪੋਲੀਥੀਨ ਦੇ ਅੰਦਰ ਇਕੱਤਰਿਤ ਹੋ ਜਾਂਦਾ ਹੈ। ਉਸ ਪੋਲੀਥੀਨ ਨੂੰ ਬਾਅਦ ਕੀ ਕਰਦੇ हैं, ਸਕ੍ਰੈਪ ਕੱਢ ਕੇ ਚਾरों तरफ ਸਕ੍ਰੈਪ ਕਰਕੇ ਉਸ ਨੂੰ ਕੱਢ ਲਿਆ ਜਾਂਦਾ। ਦਿਸ ਇਜ਼ ਅ ਨੈਚੁਰਲ ਵੇ। ਰਾਤ ਭਰ ਜਿਹੜਾ ਉਹ ਆ ਗਿਆ, ਉਸ ਫਲੀਆਂ ਦਾ ਰਸ ਨਿਕਲਦਾ ਰਹਿੰਦਾ ਹੈ। ਇਸ ਨੂੰ ਬਾਰ-ਬਾਰ ਇਸ ਪ੍ਰੋਸੀਜਰ ਨੂੰ ਰਿਪੀਟ ਕਰਦੇ ਰਹਿੰਦੇ, ਜਿਸ ਤਰ੍ਹਾਂ ਅੱਜ ਇੱਧਰ ਕਰ ਦਿੱਤਾ, ਕੱਲ ਦੂਜੇ ਵੇ ਵਿੱਚ ਕਰ ਦਿੱਤਾ, ਦੂਸਰੀ ਤਰਫ ਰਿਪੀਟ ਦਿੱਤਾ, ਚੀਰਾ ਦਿੰਦੇ ਰਹਿੰਦੇ, ਪੋਲੀਥੀਨ ਉੱਥੇ ਲਿਖਿਆ ਰਹਿੰਦਾ ਹੈ। ਉਹ ਸਾਰਾ ਜਿਹੜਾ ਰਸ ਹੈ ਉਸ ਪੋਲੀਥੀਨ ਦੇ ਅੰਦਰ ਇਕੱਠਾ ਹੋ ਜਾਂਦਾ ਹੈ। ਸੋ ਜਿਹੜਾ ਇਹ ਰਸ ਨਿਕਲ ਰਿਹਾ ਹੈਗਾ, ਇਸ ਨੂੰ ਆਪਾਂ ਅਫੀਮ ਕਹਿੰਦੇ। ਇਹੀ ਪ੍ਰੋਪਰ ਅਫੀਮ ਹੈ। ਇਹ ਜਿਹੜੀ ਹੁੰਦੀ ਹੈ ਬਹੁਤ ਜ਼ਿਆਦਾ, ਮਤਲਬ ਜਿਸ ਨੂੰ ਕਹਿੰਦੇ ਲਾਈਟ ਹੁੰਦੀ ਹੈ, ਮਤਲਬ ਹੱਥ ਤੋਂ ਦਬਾਉਣ ਨਾਲ ਬਹੁਤ ਨਰਮ ਹੁੰਦੀ ਹੈ, ਸੌਫਟ ਹੁੰਦੀ ਹੈ ਬਹੁਤ ਜ਼ਿਆਦਾ। ਔਰ ਕਿਸ ਤਰ੍ਹਾਂ ਹੁੰਦੀ ਹੈ, ਬਿਲਕੁਲ ਜਦ ਫਰੈਸ਼ ਨਿਕਲਦੀ ਹੈਗੀ ਹੈ ਤੇ ਬਰਾਊਨ ਕਲਰ ਵਿੱਚ ਹੋ ਜਾਂਦੀ ਹੈ, ਬਰਾਊਨ ਐਂਡ ਸੌਫਟ। ਔਰ ਜਿਸ ਤਰ੍ਹਾਂ ਇਹ ਥੋੜਾ ਟਾਈਮ ਬੀਤ ਜਾਂਦਾ ਹੈਗਾ, ਉਸ ਤੋਂ ਬਾਅਦ ਕਾਫੀ ਹਾਰਡ ਹੋ ਜਾਂਦੀ ਹੈ ਤੇ ਡਾਰਕ ਬਰਾਊਨ ਹੋ ਜਾਂਦੀ ਹੈ। ਠੀਕ ਹੈ ਨਾ, 에ਅਰ ਦੇ ਐਕਸਪੋਜ਼ਰ ਨਾਲ ਡਾਰਕ ਬਰਾਊਨ ਔਰ ਹਾਰਡ ਹੋ ਜਾਂਦੀ ਹੈਗੀ ਹੈ। ਸਵਾਦ ਖਾਸ ਕਰ ਤਿੱਖਾ, ਤਿਕਤ, ਠੀਕ ਹੈ। ਔਰ ਜਿਹੜਾ ਇਹਦਾ ਗੰਧ ਹੁੰਦੀ ਹੈ, ਬਹੁਤ ਦੂਰ ਤੱਕ ਆਉਂਦੀ ਹੈ। ਤੁਸੀਂ ਅਫੀਮਚੀ ਨੂੰ ਨਾ, ਅਫੀਮਚੀ ਤੁਹਾਡੇ ਕਲੀਨਿਕ ਵਿੱਚ ਅੰਦਰ ਐਂਟਰ ਕਰੇਗਾ ਨਾ, ਤੁਸੀਂ ਉਹਦੀ ਗੰਧ ਤੋਂ ਹੀ ਦੱਸ ਦਿਓ ਕਿ ਇਸ ਨੂੰ ਜਿਹੜੀ ਹੈਗੀ ਅਫੀਮ ਖਾਈ ਹੋਈ ਸੀ। ਇੰਨੀ ਤੇਜ਼ ਦੀ ਸਾਹ ਵਿੱਚੋਂ ਸਮੈਲ ਆਉਂਦੀ ਹੈਗੀ। ਜਦੋਂ ਪੋਇਜ਼ਨਿੰਗ ਦਾ ਕੇਸ ਆਉਂਦੇ ਨਾ, ਮਿੰਟ ਸੈਕਿੰਡ ਨਹੀਂ ਲੱਗਦਾ ਅਫੀਮ ਦੀ ਪੋਇਜ਼ਨਿੰਗ ਦਾ ਪਤਾ ਚੱਲਦਾ। ਜਿਸ ਤਰ੍ਹਾਂ ਮੂੰਹ ਤੋਂ ਫੇਰ ਨਿਕਲਦੀ ਪਈ, ਸਮੈਲ ਆ ਰਹੀ ਹੈ, ਯੂ ਵਿਲ ਰਿਕੋਗਨਾਈਜ਼ ਕਿ ਇਸਨੇ ਅਫੀਮ ਖਾ ਰਹੀ। ਜਿਸ ਤਰ੍ਹਾਂ ਐਲਕੋਹਲਿਕ ਪੋਇਜ਼ਨਿੰਗ ਹੁੰਦੀ, ਕੀ ਹੁੰਦਾ, ਐਲਕੋਹਲ ਕਿਸੇ ਨੇ ਪੀਤਾ ਹੋਇਆ, ਇੱਕ ਦੋ ਬ੍ਰਾਂਡਸ ਆਉਂਦੇ ਜਿਹਦਾ ਪਤਾ ਚੱਲਦਾ ਨਹੀਂ ਹੈ ਈਜ਼ੀਲੀ ਜਿਹੜਾ ਹੈਗਾ, ਲੇਕਿਨ ਮੈਕਸਿਮਮ ਐਲਕੋਹਲ ਜਿਹੜੇ ਹੈਗੇ ਪਤਾ ਚੱਲ ਜਾਂਦਾ ਕਿ ਇਸ ਬੰਦੇ ਨੇ ਐਲਕੋਹਲ ਪੀਤੀ ਹੋਈ ਹੈ, ਕਿਉਂਕਿ ਐਲਕੋਹਲ ਇੱਕ ਆਪਣੀ ਅਲੱਗ ਸਫਾਈ ਦਿੱਤੀ ਹੈ। ਤੇ ਸਪਰਸ਼ ਕੋਮਲ ਹੁੰਦਾ ਹੈਗਾ। ਇਹ ਸਭ ਤੋਂ ਵੱਡਾ ਇਹਦਾ ਫਾਇਦਾ ਕੀ ਹੈ ਕਿ ਗਰਮ ਪਾਣੀ ਦੇ ਅੰਦਰ ਘੁਲ ਜਾਂਦੀ ਹੈ। ਕਿਸੇ ਵੀ ਚੀਜ਼ ਵਿੱਚ ਮਿਲਾ ਕੇ ਇਟਸ ਕੰਪੈਟੀਬਿਲਿਟੀ ਇਜ਼ ਵੈਰੀ ਹਾਈ। ਕਿਸੇ ਵੀ ਪਾਣੀ ਦੇ ਅੰਦਰ, ਲਿਕੁਇਡ ਦੇ ਅੰਦਰ ਅਗਰ ਡਿਸਪੋਜ਼ੇਬਲ ਹੈ, ਕਿ ਲਿਕੁਇਡ ਇਸ ਨੂੰ ਈਜ਼ੀਲੀ ਡਿਜ਼ੋਲਵ ਕਰ ਰਿਹਾ, ਤੇ ਇਹਨੂੰ ਕਿਸੇ ਵੀ ਚੀਜ਼ ਦੇ ਅੰਦਰ ਮਿਲਾ ਕੇ ਦਿੱਤਾ ਜਾ ਸਕਦਾ ਹੈ। ਇਸ ਲਈ ਇਹਦਾ ਯੂਜ਼ ਵੀ ਬਹੁਤ ਜ਼ਿਆਦਾ ਹੁੰਦਾ ਹੈ ਤੇ ਧੁੱਪ ਤੇ ਢਿੱਲੀ ਪੈ ਜਾਂਦੀ ਹੈਗੀ ਆ। ਇਹਦੀ ਪਹਿਚਾਣ ਜਿਹੜੇ ਅਫੀਮ ਵਾਲੇ ਦੀ ਪਹਿਚਾਣ ਕਰਦੇ ਹੋ ਕਿਸ ਤਰ੍ਹਾਂ ਕਰਦੇ ਹੈਗੇ ਆ ਕਿ ਜਦੋਂ ਇਹਨੂੰ ਜਲਾਇਆ ਜਾਂਦਾ ਤਾਂ ਨਾ ਤਾਂ ਇਹ ਧੂੰਆਂ ਛੱਡਦੀ ਹੈਗੀ ਹੈ, ਨਾ ਇਹਦਾ ਕੋਇਲਾ ਬਣਦਾ ਹੈਗਾ, ਮਤਲਬ ਨਾ ਇਹਦਾ ਕੋਈ ਰੈਮਨੈਂਟ ਰਹਿੰਦਾ ਹੈਗਾ, ਨਾ ਹੀ ਇਹ ਧੂੰਆਂ ਛੱਡਦੀ ਹੈ। ਇਸੇ ਚੀਜ਼ ਨੂੰ ਪਹਿਚਾਣਨ ਜਿਹੜੇ ਖਾਸ ਕਰ ਰੋਜ਼ਮਰਰਾ ਦੇ ਲੋਕ ਲੈਂਦੇ ਹੈਗੇ, ਉਹਦੀ ਪਹਿਚਾਣ ਕਰਨ ਦਾ ਤਰੀਕਾ ਜਿਹੜਾ ਕੱਢਦੇ ਹੈਗੇ ਆ, ਉਸ ਨੂੰ ਇਸ ਤਰੀਕੇ ਨਾਲ ਪਹਿਚਾਣਦੇ ਹੈਗੇ। ਹੁਣ ਆਉਂਦੀ ਹੈ ਗੱਲ ਐਲਕਲੋਇਡਸ, ਵਟ ਆਰ ਦ ਕੈਮੀਕਲ ਕਨਸਟੀਟਿਊਐਂਟਸ ਆਫ ਦਿਸ ਪਲਾਂਟ। तो इस वास्ते आप इन दो वर्ड्स में डिवाइड कर लिया, फिनेंथ्रिन एंड आइसोक्विनिलोन। फिनेंथ्रिन एंड सेकंड इज द आइसोक्विनिलोन। फिनेंथ्रिन ग्रुप ਵਿੱਚ ਕੀ ਹੈਗਾ, ਦੋ ਤਰ੍ਹਾਂ ਦੇ ਡੈਰੀਵੇਟਿਵਸ ਹੈ, ਇੱਕ ਹੈਗੇ ਨੈਚੁਰਲ ਡੈਰੀਵੇਟਿਵਸ, ਦੂਜਾ ਹੈਗਾ ਸਿੰਥੈਟਿਕ ਡੈਰੀਵੇਟਿਵਸ। ਨੈਚੁਰਲ ਡੈਰੀਵੇਟਿਵਸ ਕੀ ਆਉਂਦੇ ਆ, ਮੋਰਫਿਨ, ਕੋਡੀਨ ਤੇ ਥੀਪੇਨ। ਮੋਰਫਿਨ, ਕੋਡੀਨ ਔਰ ਥੀਪੇਨ। अगर आप अफीम की गल कर रहे हैं तो ਤੁਸੀਂ ਮੰਨ ਕੇ ਚਲੋ 90% ਵੀ ਆਰ ਟਾਕਿੰਗ ਅਬਾਊਟ ਦਾ ਮੋਰਫਿਨ, ਕਿਉਂਕਿ ਜਿੱਥੇ ਮੋਰਫਿਨ, ਤੁਸੀਂ ਮੋਰਫਿਨ ਦਾ ਇੰਜੈਕਸ਼ਨ ਵੀ ਸੁਣਿਆ ਹੋਣਾ, ਦਿੰਦੇ ਨਾ ਮੋਰਫਿਨ ਇੰਜੈਕਸ਼ਨ, ਕਈ ਵਾਰ ਐਨੈਸਥੈਟਿਕ ਦੇ ਤੌਰ ਤੇ ਵੀ ਦੇ ਦਿੰਦੇ ਮੋਰਫਿਨ ਜਿਹੜੇ ਹੈਗੇ ਐਜ਼ ਏ ਮੋਰਫਿਨ, ਪੈਥੇਡਿਨ, ਬਹੁਤ ਅੱਛੇ ਇੰਜੈਕਸ਼ਨ ਕੰਮ ਕਰਦੇ ਹੈਗੇ। ਸੋ ਮੋਰਫਿਨ ਇਜ਼ ਅ ਚੀਫ ਕੌਂਸਟੀਟਿਊਐਂਟ ਹੁੰਦਾ ਹੈ। ਮੋਰਫਿਨ, ਕੋਡੀਨ, ਕੋਡੀਨ ਯੂਜ਼ ਪਤਾ ਹੀ ਕੋਡੀਨ ਦਾ ਕਿਹੜਾ ਸਿਰ ਪਾਉਂਦਾ ਸੀ ਹੈ, ਮੈਨੂੰ ਦੁਨੀਆ ਭਰ ਨੂੰ ਪਤਾ ਹੈ ਕੋਡੀਨ ਦਾ ਜਿਹੜਾ ਹੁਣ ਤਾਂ ਕੋਡੀਨ ਦਾ ਯੂਜ਼ ਬਹੁਤ ਕਮ ਕਰ ਦਿੱਤਾ ਗਿਆ, ਤਾਂ ਨਸ਼ੇ ਕਰਨ ਵਾਲੇ ਜ਼ਿਆਦਾਤਰ ਕੋਰੈਕਸ ਇਟ ਵਾਜ਼ ਅ ਸਬਸਟੈਂਸ ਯੂਜ਼, ਠੀਕ ਹੈ ਨਾ। ਮੋਰਫਿਨ, ਕੋਡੀਨ, ਥੀਪੇਨ, ਸੋ ਥੀਸ ਆਰ ਹਾਈਲੀ ਸੈਡੇਟਿਵਸ। ਇਹਦੇ ਵਿੱਚ ਦੋ ਜਿਹੜੇ ਹੈਗੇ ਸਿੰਥੈਟਿਕ ਡੈਰੀਵੇਟਿਵਸ ਹੈਗੇ, ਦੈਟ ਇਜ਼ ਡਾਇਓਨਿਨ ਐਂਡ ਹੀਰੋਇਨ। ਹੀਰੋਇਨ ਤੁਸੀਂ ਬੜਾ ਨਾਮ ਸੁਣੋਗੇ, ਹੀਰੋਇਨ ਦੀ ਸਮਗਲਿੰਗ ਹੁੰਦੀ ਹੈ, ਇਟ ਇਜ਼ ਅ ਵੈਰੀ ਕਾਸਟਲੀ ਡਰਗ, ਠੀਕ ਹੈ ਨਾ। ਹੀਰੋਇਨ ਕੀ ਹੈ, ਦੈਟ ਇਜ਼ ਦ ਹਾਂਜੀ ਦੱਸੋ ਦੱਸੋ, ਵੈਰੀ ਗੁੱਡ। What is heroin? Yes. What is it called? Diacetyl morphine. Diacetyl morphine. ये basically ਉਹਦੀ ਹੀ ਡੈਰੀਵੇਟਿਵ ਹੈ। Good. So ਅੱਗੇ ਜਦ ਅਗਰ ਗੱਲ ਕਰੀਏ ਤੇ ਅਫੀਮ ਤੇ ਜਿਹੜੇ ਬਾਕੀ ਦੂਜਾ ਗਰੁੱਪ ਹੈ ਉਹ ਹੈਗਾ ਆਈਸੋਕੁਇਨੋਲੋਨ ਜਿਹੜਾ ਹੈਗਾ, ਉਹਦੇ ਵਿੱਚ ਕੀ ਹੈਗਾ ਪੈਪੇਵਰਿਨ ਤੇ ਨਾਰਕੋਟਿਨ, ਇਹ ਚੀਜ਼ਾਂ ਆਉਂਦੀਆਂ। ਲੇਕਿਨ ਇਹਦਾ ਜਿਹੜਾ ਗਰੁੱਪ ਜਿਹੜਾ ਇਹ ਵਾਲਾ ਆਪਾਂ ਕਰੀਏ, ਇਸ ਗਰੁੱਪ ਵਿੱਚ ਜਿਹੜਾ ਮਾਦਕ ਪ੍ਰਭਾਵ ਹੈ ਜਾਂ ਜਿਹੜਾ ਐਨਾਲਿਸਿਕ ਪ੍ਰਭਾਵ ਹੈ, ਪੀੜਾਨਾਸ਼ਕ ਪ੍ਰਭਾਵ ਹੈਗਾ, ਉਹ ਕਮ ਹੈਗਾ। ਇਸ ਲਈ ਇਹਦਾ ਯੂਜ਼ ਤੇ ਇਹਦਾ ਯੂਜ਼ ਜਿਹੜੇ ਸਿੰਥੈਟਿਕ ਡੈਰੀਵੇਟਿਵਸ ਆਪਾਂ ਗੱਲ ਕੇ ਇਹਨਾਂ ਦਾ ਅਲੱਗ-ਅਲੱਗ ਜਗ੍ਹਾ ਤੇ ਮੈਡੀਸਨਲ ਯੂਜ਼ ਕੀਤਾ ਜਾਂਦਾ ਹੈ। ਹੁਣ ਗੱਲ ਕਰਦੇ ਹਾਂ ਲੱਛਣ ਤੇ ਚਿੰਨ੍ਹ ਦੀ। ਮੈਂ ਤੁਹਾਨੂੰ ਦੱਸਿਆ ਨਾ ਕਿ ਮੋਰਫਿਨ ਸਭ ਤੋਂ ਜ਼ਿਆਦਾ ਤੇ ਇਹਦੀ ਵਿਸ਼ਾਕਤਾ ਤੇ ਮੋਰਫਿਨ ਦੀ ਵਿਸ਼ਾਕਤਾ ਇਟ ਇਜ਼ ਦ ਸੇਮ ਪਾਰਟ। ਤਾਂ ਹੁੰਦਾ ਕੀ ਹੈ, ਆਪਾਂ ਇਹਦੇ ਤਿੰਨ ਸਟੇਜਿਸ ਵਿੱਚ ਡਿਵਾਈਡ ਕਰ ਲੈਂਦੇ ਹੈਗੇ। ਗੱਲ ਇਹ ਹੈ ਕਿ ਇਹਨੂੰ ਲੈਣ ਤੋਂ ਤਕਰੀਬਨ ਪੌਣੇ ਘੰਟੇ ਤੋਂ ਲੈ ਕੇ 1.5 ਘੰਟੇ ਦੇ ਅੰਦਰ ਇਹਦੇ ਲੱਛਣ ਆਣੇ
ਸ਼ੁਰੂ ਹੋ ਜਾਂਦੇ, ਜਿਸ ਤਰ੍ਹਾਂ ਕਿਸੇ ਨੇ ਪੇਸ਼ੈਂਟ ਨੇ ਲਿਆ ਹੈਗਾ ਤਾਂ ਇਸ ਇੰਨੀ ਦੇਰ ਦੇ ਅੰਦਰ, ਅੱਧਾ ਪੌਣਾ ਘੰਟੇ ਦੇ ਅੰਦਰ ਤੋਂ ਲੈ ਕੇ 1.5 ਘੰਟੇ ਦੇ ਅੰਦਰ ਜਿਸ ਤਰ੍ਹਾਂ ਉਸਨੇ ਲਿਆ ਹੈਗਾ ਇਹਦੇ ਲੱਛਣ ਆਣੇ ਸ਼ੁਰੂ ਹੋ ਜਾਣਗੇ, ਜਿਹਨੂੰ ਆਪਾਂ 3 ਸਟੇजेस ਦੇ ਅੰਦਰ ਡਿਵਾਈਡ ਕਰ ਸਕਦੇ ਹਾਂ। ਸਭ ਤੋਂ ਪਹਿਲੀ ਸਟੇਜ ਹੈ ਦ ਸਟੇਜ ਆਫ ਹਾਈਪਰ ਐਕਸਾਈਟੇਸ਼ਨ, then the stage of depression, and the third is the stage of collapse. First stage is the stage of hyper excitation. Hyper excitation ਕੀ ਹੈਗਾ? ਇਸੇ ਵਾਸਤੇ ਜਿਹੜੇ ਅਫੀਮਚੀ ਜਿਹੜੇ ਅਫੀਮ ਖਾਂਦੇ ਉਹ ਦੈਟ ਇਜ਼ ਉਹ ਸਿਰਫ ਇਸੇ ਚੀਜ਼ ਨੂੰ ਲੈਣ ਵਾਸਤੇ ਹੀ ਡਰੱਗਸ ਦਾ ਯੂਜ਼ ਕਰਦੇ ਨੇ। ਇਹਦੇ ਵਿੱਚ ਕੀ ਹੈਗਾ? ਸਵਸਥ ਸੁਖ ਅਨੁਭੂਤੀ। ਮਤਲਬ ਪੇਸ਼ੈਂਟ ਨੂੰ ਕੀ ਲੱਗਦਾ ਹੈ ਕਿ ਮੇਰੀ ਤਾਂ ਸਾਰਾ ਕੁਝ ਠੀਕ ਹੈ, ਨਾ ਮੇਰੇ ਕੋਈ ਦਰਦ ਹੈ, ਨਾ ਮੇਰੇ ਕੋਈ ਪੀਕੂ। ਇਟ ਇਜ਼ ਅ ਵੈਰੀ ਗੁੱਡ ਐਨਾਲਿਸਿਸ। मतलब कि जोड़ा भी दर्द हो रहा है, कि सिर भी दर्द हो रहा है, सब कुछ खत्म, कोई दर्द है ही नहीं पूरे शरीर के अंदर। सो ही फील्स दैट उधर बिल्कुल कोई प्रॉब्लम ही नहीं है, ही इज़ अ वेरी मतलब हेल्दी पर्सन फिजिकली एज वेल एज मैंटली। सैकेंड पार्ट आता है मन की शनि पुराने ने एक वर्ड यूज़ किया, एक श्लोक तो लिया गया है, मतलब मन कंट्रोल भी नहीं, मतलब उन्होंने हर चीज़ अच्छी लग रही है, उन्होंने साउंड भी अच्छी लग रही है, उन्होंने सुनना भी अच्छा लग रहा है, एवरीथिंग इज लुक्स वेरी ब्राइट, अच्छा लग रहा है, उसमें हर चीज़ अच्छा लग रहा है। जिन्नी इंद्रियां की साडी अपनी एक ग्रहण करने की ताकत है, उन्होंने इंद्रियां को अच्छा लग रहा है चीज़ को ग्रहण करते हुए। सो हंसना, पेशेंट की है रो नहीं रहा, हंस नहीं रहा, मतलब ज़्यादा खुश है, एकास्टेसी, फीलिंग ऑफ एकास्टेसी, खुश हो रहा है। फिर विभ्रम, हेलुसिनेशंस, वो जो चीज़ संसारिक नहीं है, एवरीथिंग ही इमेजिन्स, वो उसको लग रही है, उसको लगता है कि हाँ मैंने ये चीज़ मिलनी चाहिए, ही फील दैट कि मेरे को हैगी है चीज़। सो एक इसी तरह की फीलिंग उसमें होती है, हार्ट रेट बढ़ जाता है, श्वास जोड़ा है उस गंध आती है। सो ही फील्स लाइक कि वो जन्नत में है। क्यों? क्योंकि एवरीथिंग उसमें हर चीज़ जो सोच रहे हो मिल भी रही है, हर चीज़ जी सूंघ रहा है, स्मैल कर रहा है, हर इंद्रिया उसका साथ दे रही है, तो उसमें एक फीलिंग आती है जिस इज फीलिंग ऑफ वेलबींग। सिर्फ इस फीलिंग ऑफ वेलबींग वास्ते पेशेंट इस चीज़ को बार बार यूज़ करना शुरू करते हैं। ताई होंगे तुम देखो कि कई बच्चे जो मदर बहुत छोटे होंगे तो फीम दे देंदियां सी, वो बड़े होकर भी छड़ नहीं पाते। सारी उम्र तुम जिन्ना मर्जी जोर लगा लो, चाहे जिन्ने अच्छे से अच्छे ड्रग्स दे लो, जिन्नी मर्जी साइकोथेरेपी कर लो, बिकॉज वन इट गेट्स इन द हैबिट ऑफ द पेशेंट, इसको छुड़ाना बहुत मुश्किल हो। फिर गल करिए जो बच्चे है, क्योंकि बच्चों में की है कई बार स्टेज आती नहीं है, एक अद्धा चावल जिन्नी डोज ले ली, 2 चावल जिन्नी डोज ले ली, स्टेज फर्स्ट एक्साइटेबिलिटी वाली स्टेज ही नहीं आती, सीधा पेशेंट या तो सैकेंड स्टेज पर जाता है, थर्ड स्टेज पर चला जाता है। कई बार वो स्टेज आती नहीं, क्योंकि बच्चों में काफ़ी हैवी है, तेज़ है, तो जरूरी नहीं कि बच्चा में सीधी स्टेज आए या ना आए। सेकेंड स्टेज है द स्टेज ऑफ डिप्रैशन, ले लिया मज़ा आ गया, हूँ की होंगे पेशेंट को, हूँ डिप्रैशन की स्टेज आनी शुरू होगी। हूँ की होएगा? क्लांति, थकावट महसूस करेगा, सिर दर्द, हेडेक, सिर चक्कर आएंगे। तुम देखो कि कई लोग जरा जा भी कोई नशा ले लें, मैं बहुत ऐसे लोग जिन्हें दवाइयाँ नहीं खानी होंगी, पैरासिटामोल की गोली भी खा लेना, तो भी कहने कि सारा सिर चकरा रहा है, घबराहट हो रही है, सिर दर्द हो रहा है, सिर चकरा रहे हैं। एक फीलिंग होती है, ट्रू वर्टाइगो और फॉल्स वर्टाइगो आप कहते हैं, चीज़ा घूम रही हैं, इट इज़ फॉल्स वर्टाइगो, सिर घूम रहा है, दैट इज़ अ ट्रू वर्टाइगो, ठीक है ना, ये वर्ड्स विच डिफरेंस है। सो एक फीलिंग आती कि सिर चकरा रहे हैं, ठीक है। इस तो इलावा की होएगा? सारा शरीर भारी महसूस होएगा, जी इंद्रियां पहले बहुत अच्छा काम कर रही है, उसको लग रहा है कि किसी की फीलिंग ऑफ वेलबींग आ रही है, हूँ वही इंद्रियां अपना काम करना छड़ रही हैं धीरे धीरे, क्योंकि उधर एक स्टेज है, एक ब्लड की जो बायो अवेलेबिलिटी है, हूँ उसकी बायो अवेलेबिलिटी उन्नी नहीं रही, उसकी बायो अवेलेबिलिटी धीरे धीरे कम हो जाना, तो टी आप पहले सामने उसने ब्लड तो बाहर निकलना है, स्वेट तो बाहर निकलना है, यूरिन तो बाहर निकलना है। सो वो चीज़ आनी शुरू होगी, घोर तंद्रा, उन्होंने इस तरह नींद जिसमें कहते नींद नशे में, तो जिन्ना मर्जी चूंटी मार दे, जो मर्जी मारी जाओ, कुटी जाओ, कुछ नहीं फर्क पैना उन्होंने, क्योंकि वो तंद्रा में जा रहे हैं। इस तो इलावा जो प्यूपिल्स है वो कंस्ट्रिक्ट हो जाएंगे, होंठ शार्प हो जाएंगे, साइनोसिस विल बी देयर, माइल्ड साइनोसिस, पेरिफेरल साइनोसिस, नॉट सेंट्रल साइनोसिस, द पेरिफेरल साइनोसिस, चेहरे होता है शावता आएगी, और सारे शरीर पे एक छोटी छोटी जैसे सुई नहीं चुकी, पेशेंट एक फीलिंग है कि सारे शरीर पे ना चींटियाँ चल रही हैं, मुझे समझ नहीं आ रहा चींटियाँ चल रही हैं, दैट इज़ ईचिंग, एक सारे शरीर पर ईचिंग की एक सेंसेशन पैदा होनी शुरू हो जाती है। इत्थे तक जो बीपी है, पल्स है, रेस्पिरेशन है, वो सामान्य रहता है, सैकेंड स्टेज तक ये सब चीज़ा नॉर्मल है। हुण गल करते हैं स्टेज ऑफ कोलैप्स, ये सब चीज़ा हुण होर वध रही हैं, अगर पेशेंट ने डोज ज़्यादा ले रखी है, अगर वो अपनी ऑप्टिमम डोज तो बहुत ज़्यादा चला गया, तो हुण किहड़ी आएगी? स्टेज ऑफ कोलैप्स, या जिसको सुषुप्ता अवस्था कह देंगे हैं। ये पेशेंट सीधा संन्यास की अवस्था में चला जाता है, he goes into the stage of the coma,
ਹੋਏਗਾ ਕਿ ਪੇਸ਼ੈਂਟ ਸ਼ੀਟਲ ਰਿਲੈਕਸ ਹੋ ਜਾਣਗੇ, ਫਲੈਸਿਡ ਹੋ ਜਾਣਗੇ। ਤੁਸੀਂ ਪੇਸ਼ੈਂਟ ਨੂੰ ਉਠਾਉਣਾ ਸ਼ੁਰੂ ਕਰੋਗੇ, ਹੱਥ ਉੱਤੇ ਛੱਡੋਗੇ, ਸਿੱਧੀ ਗਿਰੇਗਾ ਜਿਹੜਾ ਥੱਲੇ ਜਾਏਗਾ, ਇਟ ਗੈਟ ਫਲੈਸਿਡ। ਪ੍ਰਤੀਵਰਤ ਮਤਲਬ ਜਿਹੜੀ ਰਿਫਲੈਕਸਿਸ ਹੈਗੀਆਂ ਉਹ ਕੰਮ ਹੋ ਜਾਣਗੀਆਂ। ਤੁਸੀਂ ਉਹਨੂੰ ਚੁਭੋਏ ਦਿਓ ਕੋਈ ਚੀਜ਼, ਨੱਕ ਦੇ ਅੰਦਰ ਖਾਰਿਸ਼ ਕਰ ਲਓ, ਅੱਖਾਂ ਦੇ ਉੱਤੇ ਜ਼ੋਰ ਪਾ ਲਓ, ਹੀ ਵਿਲ ਨੋਟ ਰਿਟੈਲੀਏਟ। ਉਹ ਜਿਹੜੀ ਰਿਫਲੈਕਸ ਐਕਸ਼ਨਸ ਹੈਗੀ, ਰਿਫਲੈਕਸਿਸ ਜਿਹੜੀ ਹੈਗੀਆਂ, ਇਟ ਵਿਲ ਗੈਟ ਕਾਮ। ਹੁਣ ਕੀ ਹੋਏਗਾ, ਪਿਊਪਿਲਸ ਗੈਟ ਮੋਰ ਕੰਸਟ੍ਰਿਕਟਿਡ। ਜਦ ਲਾਸਟ ਵਿੱਚ ਬਿਲਕੁਲ ਸੰਨਿਆਸ ਦੀ ਲਾਸਟ ਸਟੇਜ ਆਏਗੀ, ਇਟ ਵਿਲ ਗੈਟ ਡਾਇਲੇਟਿਡ। ਬਟ ਹੁਣ ਕੀ ਹੋਣਗੇ, ਪਿਊਪਿਲਸ ਹੋਰ ਜ਼ਿਆਦਾ ਕੰਸਟ੍ਰਿਕਟ ਹੋ ਜਾਣਗੇ। ਆਈ ਥਿੰਕ ਪਿਊਪਿਲਸ ਆਪਾਂ ਡਿਸਕਸ ਕਰ ਚੁੱਕੇ ਹਾਂ ਪਹਿਲੇ, ਕਿੰਨਾ ਸਾਈਜ਼ ਹੈ, ਕਿੰਨਾ ਨਹੀਂ ਹੁੰਦਾ ਹੈਗਾ, ਠੀਕ ਹੈ। ਬੀਪੀ ਜਿਹੜਾ ਹੈਗਾ, ਇਟ ਵਿਲ ਫਾਲ ਡਾਊਨ, गिरना शुरू हो जाएगा। पल्स रेट ਜਿਹੜਾ ਹੈਗਾ पहले गिरेगा, बाद ਵਿੱਚ ਕੀ ਹੋਏਗਾ, बहुत ज़्यादा इंक्रीज हो जाएगा। पहले नाड़ी गति की होएगी, ਤੁਸੀਂ ਫੀਲ ਕਰੋਗੇ ਉਹਦਾ ਵੋਲਿਊਮ ਕਮ ਹੋਏਗਾ, बाद ਵਿੱਚ ਕੀ ਹੋਏਗਾ, ਵੋਲਿਊਮ ਥੋੜਾ ਜਿਹਾ ਵੱਧ ਜਾਏਗਾ ਜਿਹੜਾ। ਇਸੇ ਤਰ੍ਹਾਂ ਜਿਹੜਾ ਰੈਸਪੀਰੇਟਰੀ ਰੇਟ ਹੈਗਾ, पहले शैलो होएगा, फिर तेज़ होएगा और उस तो बाद इरेगुलर हो जाएगा। और टैंपरेचर ਜਿਹੜਾ ਹੈਗਾ ਜੀ, ਸਭ ਤੋਂ ਜਿਹੜਾ मोस्ट इंपोर्टेंट पॉइंट है, इट इज द टेंपरेचर, इट फॉल्स डाउन, गिर जाएगा, ਟੈਂਪਰੇਚਰ ਕਾਫੀ ਜ਼ਿਆਦਾ ਗਿਰ ਜਾਏਗਾ ਜੀ। ਔਰ ਇਸ ਤੋਂ ਇਲਾਵਾ ਕੀ ਹੋਏਗਾ, ਚਿਹਰਾ, ਓਠ, ਉਂਗਲੀਆਂ ਸਾਰੀ ਨੀਲੀ ਪੈ ਜਾਣਗੀਆਂ। त्वचा ਇਸ ਤਰ੍ਹਾਂ ਲੱਗੇਗੀ ਜਿਸ ਤਰ੍ਹਾਂ ਪਸੀਨੇ ਪਸੀਨੇ ਹੋ ਕੇ ਬਿਲਕੁਲ ਪੂਰੀ ਤਰ੍ਹਾਂ ਠੰਡੀ ਨਹੀਂ ਹੋ ਜਾਂਦੀ, ਕਹਿੰਦੇ ਸਰੀਰ ਠੰਡਾ ਪੈ ਗਿਆ। ਆਪਾਂ ਕਈ ਵਾਰ ਕਿਸੇ ਪੇਸ਼ੈਂਟ ਨੂੰ ਚੈੱਕ ਕਰਦੇ ਹਾਂ, ਕਹਿੰਦੇ ਬਿਲਕੁਲ ਜ਼ਿਆਦਾ ਗਿਰ ਗਿਆ ਜਿਹੜਾ ਹੈਗਾ, ਠੰਡਾ ਪੈ ਗਿਆ ਸਰੀਰ ਜਿਹੜਾ ਹੈਗਾ, ਬਿਲਕੁਲ ਪਸੀਨੇ ਪਸੀਨੇ ਹੋ ਕੇ ਆਫਟਰ ਸਵੈਟ ਹਾਊ ਵਿਲ ਬਟ ਵਿਲ ਹੈਪਨ, ਠੰਡਾ ਹੋ ਗਿਆ ਇੱਕਦਮ ਜਿਹੜਾ ਹੈਗਾ। ਸੋ ਕਾਫੀ ਜ਼ਿਆਦਾ ਠੰਡਾ ਮਹਿਸੂਸ ਹੋਏਗਾ, ਮੁੱਖ ਤੋਂ ਫੇਨ ਆਣੀ ਸ਼ੁਰੂ ਹੋ ਜਾਏਗੀ, ਠੀਕ ਹੈ। ਉਂਗਲੀਆਂ ਨੀਲੀ ਪੈਣੀ ਸ਼ੁਰੂ ਹੋ ਜਾਏਗੀ, ਚਿਹਰਾ ਓਠ ਵੀ ਨੀਲੇ ਪੈਣੇ ਸ਼ੁਰੂ ਹੋ ਜਾਣਗੇ। ਇਹਦੇ ਨਾਲ ਕੀ ਹੁੰਦਾ ਹੈ, ਜਦ ਇਹ ਚੀਜ਼ ਹੋਰ ਜ਼ਿਆਦਾ ਵੱਧਦੀ ਹੈਗੀ, ਇਹਦਾ ਸੰਨਿਆਸ ਦੀ ਸਟੇਜ, ਤਾਂ ਜਿਹੜੀ ਸ਼ਵਸਨ ਤੰਤਰ ਦੀ ਪੇਸ਼ੀਆਂ ਹੈਗੀਆਂ, ਜਿਹੜੀ ਸਾਡੀ ਇੰਟਰਕੋਸਟਲ ਮਸਲਸ ਹੈਗੀ, ਉਹ ਕੀ ਕਰਦੀਆਂ, ਉਹਨਾਂ ਦਾ ਪੈਰਾਲਿਸਿਸ, ਦੇ ਡੂ ਨਾਟ ਵਰਕ ਐਜ਼ ਪਰ ਆਵਰ ਸੈਲਫ। ਜਦ ਇਸ ਤਰ੍ਹਾਂ ਦੀ ਸਟੇਜ ਆਉਂਦੀ ਹੈਗੀ ਹੈ ਤਾਂ ਸ਼ਵਾਸਾਵਰਾਧ ਹੋਣ ਦਾ ਚਾਂਸਿਸ ਵੱਧ ਜਾਂਦੇ, ਔਰ ਬੱਚਿਆਂ ਵਿੱਚ ਬਹੁਤ ਜਲਦੀ ਆਉਂਦੀ ਹੈ। ਇਸ ਲਈ ਅਫੀਮ ਵੱਡਾ ਤਾਂ ਫਿਰ ਵੀ ਪਹੁੰਚਾ ਦਿੰਦਾ ਹੈ, ਅਗਰ ਬੱਚਿਆਂ ਨੂੰ ਜ਼ਿਆਦਾ ਡੋਜ਼ ਚੱਲ ਗਈ ਔਰ ਬੱਚਿਆਂ ਵਿੱਚ ਇਹ ਕੇਸ ਜਾਏ ਤਾਂ ਉਹਨੂੰ ਪਹੁੰਚਾਉਣਾ ਜਰਾ ਔਖਾ ਕੰਮ ਹੋ ਜਾਂਦਾ ਹੈ, ਠੀਕ ਹੈ ਨਾ। ਤੇ ਇਹ ਜਿਹੜੀ ਚੀਜ਼ ਹੈਗੀ ਹੈ, ਇਹ ਹੋ ਗਈ ਸੁਸ਼ੁਪਤ ਅਵਸਥਾ। ਇਹਦਾ ਜਿਹੜਾ ਡਿਫਰੈਂਸ਼ੀਅਲ ਡਾਇਗਨੋਸ ਕਰਦੇ ਹੈਗੇ ਆ, ਡਿਫਰੈਂਸ਼ੀਅਲ ਡਾਇਗਨੋਸ ਸਾਰੇ ਕੋਮਾ ਸੇ ਇੰਟਰਾਕ੍ਰੇਨੀਅਲ ਲੀਜ਼ਨ ਹੈ, ਮੰਨ ਲਓ ਇੰਟਰਾਕ੍ਰੇਨੀਅਲ ਲੀਜ਼ਨ ਹੈਗਾ, ਤੇ ਕੀ ਹੋਏਗਾ, ਤੁਹਾਨੂੰ ਉਸ ਤਰ੍ਹਾਂ ਦੇ ਲੱਛਣ ਮਿਲਣਗੇ ਜਿਹੜੇ ਹੈਗੇ। ਹੁਣ ਮੰਨ ਲਓ ਨਿਊਰੋਸਿਸਟੋਸਰਕੋਸਿਸ ਹੈ, ਕੀ ਹੋਏਗਾ, ਤੁਹਾਨੂੰ ਕੋਈ ਟੇਪ ਫਾਰਮ ਦੀ ਹਿਸਟਰੀ, ਕੋਈ ਇਸ ਤਰ੍ਹਾਂ ਦੀ ਚੀਜ਼ ਹਿਸਟਰੀ ਮਿਲੇਗੀ ਜਿਹੜੀ ਹੈਗੀ ਆ। ਜੇ ਇੰਟਰਕ੍ਰੇਨੀਅਲ ਲੀਜ਼ਨ ਕੋਈ ਟਿਊਮਰ ਹੈਗਾ, ਟਿਊਮਰ ਤੋਂ ਜੁੜੇ ਹੋਏ ਲੱਛਣ ਮਿਲਣਗੇ, ਉੱਥੇ ਅਫੀਮ ਖਾਣ ਦੇ ਲੱਛਣ ਨਹੀਂ ਮਿਲਣਗੇ, ਕੋਈ ਇੰਟੇਕ ਦੀ ਹਿਸਟਰੀ ਨਹੀਂ ਮਿਲੇਗੀ ਜਿਹੜੀ ਹੈਗੀ ਹੈ। ਸਿਮਿਲਰਲੀ ਯੂਰੀਮਿਕ ਕੋਮਾ ਹੈ ਤਾਂ ਪੇਸ਼ੈਂਟ ਦਾ ਕਿਤੇ ਨਾ ਕਿਤੇ ਤੁਹਾਨੂੰ ਲੱਗੇਗਾ ਕਿ ਉਹਦਾ ਕੋਈ ਡਾਇਲਿਸਿਸ ਚੱਲ ਰਿਹਾ, ਕੋਈ ਕਿਸੇ ਕਿਸਮ ਦਾ ਬਲੱਡ ਯੂਰੀਆ ਕ੍ਰੈਟਿਨਿਨ ਵਗੈਰਾ ਪਹਿਲੇ ਤੋਂ ਵੱਧਦੇ ਜਾ ਰਿਹਾ, ਕੋਈ ਕਿਡਨੀ ਡਿਸਆਰਡਰ ਦੀ ਹਿਸਟਰੀ ਮਿਲੇਗੀ। ਸਿਮਿਲਰਲੀ ਡਾਇਬਟਿਕ ਕੋਮਾ ਤਾਂ ਡਾਇਬਟੀਜ਼ ਦੀ ਹਿਸਟਰੀ ਮਿਲੇਗੀ, ਕਿਤੇ ਨਾ ਕਿਤੇ ਸ਼ੂਗਰ ਦੀ ਕੋਈ ਦਵਾਈ ਚੱਲ ਰਹੀ ਹੋਏਗੀ, ਸ਼ੂਗਰ ਦਾ ਕੋਈ ਪਹਿਲੇ ਦੀ ਇੰਸਟਾਂਸ ਦੇਗਾ ਤੁਹਾਨੂੰ ਜਿਹੜਾ ਹੈਗਾ। ਐਲਕੋਹਲ ਪਾਇਜ਼ਨਿੰਗ ਹੈ ਤਾਂ ਐਲਕੋਹਲ ਦਾ ਪਾਇਜ਼ਨਿੰਗ ਮਿੰਟਾਂ ਵਿੱਚ ਪਛਾਣੀ ਜਾਂਦੀ ਹੈ, ਕਿਉਂਕਿ ਉਹਦੀ ਜਿਹੜੀ ਸਮੈਲ ਹੈਗੀ ਉਹ ਵੀ ਬਹੁਤ ਤੀਵਰ ਹੁੰਦੀ ਹੈ। ਇਸ ਤੋਂ ਇਲਾਵਾ ਐਪੀਲੈਪਟਿਕ ਕੋਮਾ, ਐਪੀਲੈਪਟਿਕ ਬਾਰੇ ਵੀ ਮੈਂ ਦੱਸ ਚੁੱਕਿਆ ਤੁਹਾਨੂੰ। ਐਪੀਲੈਪਟਿਕ ਕੋਮਾ ਵਿੱਚ ਕੀ ਹੈਗਾ, ਹੋਸ਼ ਜਿਹੜਾ ਹੈਗਾ ਬਿਲਕੁਲ ਖਤਮ ਹੋ ਜਾਂਦਾ, ਆਪਸਮਾਰਿਕ ਜਿਹੜਾ ਹੁੰਦਾ। ਹਿਸਟੀਰੀਕਲ ਕੋਮਾ, ਬਾਰਬਿਚੂਰੇਟ ਪਾਇਜ਼ਨਿੰਗ, ਬਾਰਬਿਚੂਰੇਟ ਕਿਤੇ ਨਾ ਕਿਤੇ ਬਾਰਬਿਚੂਰੇਟ ਰਹਿਣ ਦੀ ਹਿਸਟਰੀ ਮਿਲੇਗੀ। ਸੋ ਥੀਸ ਆਰ ਦਾ ਡਿਫਰੈਂਸ਼ੀਅਲ ਡਾਇਗਨੋਸਿਸ। ਸੋ ਵਾਟ ਇਜ਼ ਦ ਡੋਜ਼, ਜਿਹੜੀ ਫੈਟਲ ਡੋਜ਼ ਹੈਗੀ ਆ ਮੋਰਫਿਨ ਦੀ 200 mg, ਅਫੀਮ ਦੀ 2 ਗ੍ਰਾਮ, ਜਿਹੜੀ ਟਿੰਚਰ ਹੈ 10 ml, ਤੇ ਬੱਚਿਆਂ ਵਿੱਚ 1 ਤੋਂ 3 ਬੂੰਦਾਂ, ਮਤਲਬ ਅਗਰ 1 ਤੋਂ 3 ਬੂੰਦ ਵੀ ਪਾਣੀ ਵਿੱਚ ਮਿਲਾ ਕੇ ਦੇ ਦਿੱਤੀ ਬੱਚਿਆਂ ਵਾਸਤੇ, ਉਹ ਵੀ ਘਾਤਕ ਹੈ, ਸੋਚ ਕੇ ਚਲੋ। ਸੋ ਘਾਤਕ ਅਵਧੀ ਕਿਹੜੀ ਹੈਗੀ, 9 ਤੋਂ 12 ਘੰਟੇ, ਠੀਕ ਹੈ, 9 to 12 hours। ਅਗਰ ਬਹੁਤ ਜ਼ਿਆਦਾ ਹੈਵੀ ਡੋਜ਼ ਦੀ ਲੈ ਲਈ ਇਸ ਤੋਂ ਜ਼ਿਆਦਾ, ਤਾਂ 9 ਤੋਂ 12 ਘੰਟੇ ਦੇ ਅੰਦਰ ਡਿਊ ਟੂ ਰੈਸਪੀਰੇਟਰੀ ਮਸਲ ਪੈਰਾਲਿਸਿਸ ਪੇਸ਼ੈਂਟ ਕੈਨ ਐਕਸਪਾਇਰ। ਮਨੋਤ ਸਵਰੂਪ ਜਿਹੜਾ ਗੱਲ ਕਰੀਏ, ਖਾਸ ਕਰਕੇ ਹਾਲਾਂਕਿ ਤਾਂ ਤੁਹਾਡੇ ਸਿਲੇਬਸ ਵਿੱਚ ਨਹੀਂ ਹੈਗਾ, ਚਿਹਰਾ ਲਗਭਗ ਕਾਲਾ ਹੋ ਜਾਂਦਾ, ਹੱਥ ਪੈਰ ਦੀਆਂ ਉਂਗਲੀਆਂ ਨੀਲੀਆਂ ਪੈ ਜਾਂਦੀਆਂ, ਸਾਰੀ ਸ਼ਰਾਵਾਂ ਜਿਹੜੀਆਂ ਫੁੱਲੀਆਂ ਹੋਈਆਂ ਮਹਿਸੂਸ ਹੁੰਦੀਆਂ ਹੈਗੀਆਂ, ਤੇ ਮੁੱਖ ਔਰ ਨੱਕ ਤੋਂ ਫੇਨ ਆ ਰਹੀ ਹੁੰਦੀ ਹੈ, ਤੇ ਨਾਲ ਅਫੀਮ ਦੀ ਗੰਧ ਮਿਲਦੀ ਹੈ, ਠੀਕ ਹੈ। ਇੱਥੇ ਆਪਾਂ ਪ੍ਰੀਜ਼ਰਵ ਕੀ ਕਰਨਾ, ਟ੍ਰਿਪਲ ਬੀ ਇੱਕ ਨਿਮੋਨਿਕ ਹੈ। ਟ੍ਰਿਪਲ ਬੀ ਮਤਲਬ ਬ੍ਰੇਨ, ਬਲੱਡ ਤੇ ਬਾਈਲ, ਬ੍ਰੇਨ, ਬਲੱਡ, ਬਾਈਲ, ਤਿੰਨ ਚੀਜ਼ਾਂ ਤੁਸੀਂ ਉੱਥੇ ਪ੍ਰੀਜ਼ਰਵ ਕਰਨੀਆਂ ਹੈ। ट्रिपल बी कह देंगे ब्रेन, ब्लड, बाइल। सो इतने तीन चीज़ें तुहानूं प्रिजर्व करनी होंदी। चिकित्सा विधानिक पक्ष की गल करते हैं, चिकित्सा विधानिक पक्ष की है मॉर्फिन का जो यूज़ है, सॉरी जो अफीम का यूज़ है ज़्यादातर मैं तुहानूं दस चुका, मनोरंजनार्थ भी करते हैं, आत्म हत्या करने वास्ते भी करते हैं, पर हत्या करने वास्ते भी करते हैं, पशु हत्या वास्ते भी करते हैं, शिशु वध वास्ते भी करते हैं। हम शिशु को की पता, तुसीं पिला दित्ता पानी में खोल के, की पता चलेगा। सो इसका यूज़ उस भी किया जाता है। पर कई बार की होंगे गलती नाल, हुण मान लो कोई अफीम का योग बना रहे हैं आप, उस अफीम के योग में जो चीज़ पै गई पर उसकी क्वांटिटी साडे तो गलती नाल ज़्यादा पै गई, तद भी विषाक्तता हो जाती है।
फिर आता है कि उपचार। वैसे तो जिस तरह पेशेंट अफीम लिए नाल दे नाल वोमिट करवा देनी चाहिए, लेकिन होता है कि जिस तरह अफीम का असर आता है साਡਾ वोमिट सेंटर ਜਿਹੜਾ ਉਹ ਡਿਪਰੈਸ ਹੋ ਜਾਂਦਾ ਤੇ ਆਪਾਂ ਵੋਮਿਟਿੰਗ ਕਰਾਉਣ ਵਿੱਚ ਅਸਮਰਥ ਹੋ ਜਾਵਾਂਗੇ, ਕਿਉਂਕਿ ਸਾਨੂੰ ਫਿਰ ਕੀ ਕਰਨਾ ਪਏਗਾ, ਆਪਣੀ ਜ਼ਬਰਦਸਤੀ ट्यूब पा के, रबर ट्यूब पा के या राइल्स ट्यूब पा के ਸਾਨੂੰ पेट को साफ करना पड़ेगा। किस चीज़ में साफ करना पड़ेगा, पोटेशियम पर मिनट में ਉਹਦਾ डायल्यूशन बनाना पड़ेगा 1:1000, 1:5000, 1:10,000। और उसका फस्ट गोल मैं पहले भी दस चुका ਤੁਹਾਨੂੰ, फस्ट गोल अपना हमेशा प्रिजर्व रखते हैं। ਜਿਹੜੇ ਪਹਿਲੇ गोल ਜਿਹੜਾ ਆਉਂਦਾ ਤੁਹਾਨੂੰ ਸਾਨੂੰ ਕਦ ਤੱਕ ਇਹਨੂੰ ਸਾਫ਼ ਕਰਨਾ ਹੈ, ਜਦ ਕਿ पोटेशियम परमेंट किस तरह ਹੁੰਦਾ है, गुलाबी लाल कलर ਦਾ ਹੁੰਦਾ है। जब तक बिल्कुल ਜਿਹੜਾ वोमिट मटीरियल है बिल्कुल साफ, बिल्कुल गुलाबी कलर ਦਾ, जिस तरह ਦਾ ਆਪਾਂ ਪਾ ਰਹੇ ਹਾਂ ਉਸ ਤਰ੍ਹਾਂ ਦਾ ਆਉਣਾ ਸ਼ੁਰੂ ਨਹੀਂ ਹੋ ਜਾਂਦਾ, ਤਦ ਤੱਕ ਆਪਾਂ ਉਹਨੂੰ ਉਹਦਾ ਧਾਵਨ ਜਾਂ ਜਠਰ ਧਾਵਨ ਆਪਾਂ ਉਹਦਾ ਕਰਨਾ ਹੈ। ਸੋ ਦਿਸ ਵਾਸ ਦਾ ਪਾਰਟ। ਇਸ ਤੋਂ ਇਲਾਵਾ ਕੀ ਕਰਦੇ ਹੈਗੇ ਆ, ਪੂਰਾ ਅਗਰ ਐਬਜ਼ੌਰਬ ਹੋ ਗਿਆ, ਪੂਰੋਗੇਟਿਵ ਦਿੰਦੇ ਹੈਗੇ ਆ ਜਿਹਦੇ ਨਾਲ ਲੈਟਰਿਨ ਦੇ ਰਸਤੇ ਥੋੜਾ ਬਹੁਤਾ ਬਾਹਰ ਆ ਜਾਏ, ਇਨੀਮਾਸ ਦਿੰਦੇ ਹੈਗੇ ਆ ਔਰ ਆਈਵੀ ਸਲਾਈਨ ਦਿੰਦੇ ਹੈਗੇ ਆ। ਯੂਰਿਨ ਔਰ ਸਵੈਟ ਜਿੰਨਾ ਆ ਸਕੇ ਉਨਾ ਅੱਛਾ, ਕਿਉਂਕਿ ਯੂਰਿਨ ਸਵੈਟ ਦੇ ਥਰੂ ਵੀ ਨਿਕਲਦਾ ਹੈਗਾ, ਸਾਡੀ ਟੈਂਡੈਂਸੀ ਇਹੀ ਰਹਿੰਦੀ ਹੈ। ਤੇ ਇਸ ਤੋਂ ਇਲਾਵਾ ਕੀ ਹੈਗਾ, ਜਿਹੜਾ ਆਮ ਤੌਰ 'ਤੇ ਜਿਹੜੇ ਸਿੰਪਲ ਮੈਜ਼ਰਸ ਨੇ ਕਿ ਕੀ ਕਰਦੇ ਉਸ ਮੈਂ ਦੱਸਿਆ ਨਾ, ਬਿਲਕੁਲ ਸਰੀਰ ਠੰਡਾ ਪੈ ਜਾਂਦਾ ਇੱਕਦਮ, ਸਵੈਟਿੰਗ ਔਰ ਹੈਵੀ ਸਵੈਟਿੰਗ ਹੋਣ ਤੋਂ ਬਾਅਦ ਬਿਲਕੁਲ ਸਰੀਰ ਵੀ ਇੱਕਦਮ ਹੋ ਜਾਏਗਾ ਠੰਡਾ ਜਿਹੜਾ ਹੈਗਾ। ਇਸ ਵਿੱਚ ਕੀ ਕਰਨਗੇ, ਪੇਸ਼ੈਂਟ ਨੂੰ ਕੰਬਲ ਜਿਹੜੇ ਹੈਗੇ ਖਾਸ ਕਰ ਗਰਮ ਪਾਣੀ ਦੀ ਬੋਤਲਾਂ ਰੱਖਾਂਗੇ ਉਹਦੇ ਕੋਲ, ਕੰਬਲ ਵਿੱਚ ਉਸਨੂੰ ਰੱਖਾਂਗੇ, ਠੀਕ ਹੈ, ਤਾਂ ਕਿ ਜਿਹੜਾ ਸ਼ਵਸਨ ਕੇਂਦਰ ਹੈਗਾ ਉਹ ਤੇਜ਼ਿਤ ਹੋ ਸਕੇ। ਚਾਹ ਕੌਫੀ, ਕਾਫੀ ਕੜੀ ਚਾਹ ਕੌਫੀ ਇਸ ਤਰ੍ਹਾਂ ਦੀ ਚੀਜ਼ ਪਿਲਾਵਾਂਗੇ ਤਾਂ ਕਿ ਉਹਦਾ ਟੈਂਪਰੇਚਰ ਜਿਹੜਾ ਹੈਗਾ ਰਾਈਜ਼ ਕਰੇ ਜਿਹੜਾ ਥੋੜ੍ਹਾ ਜਿਹਾ। ਸੋ ਇਸ ਤਰ੍ਹਾਂ ਦੀ ਚੀਜ਼ਾਂ ਦਿੰਦੇ। ਇਸ ਤੋਂ ਇਲਾਵਾ ਜਿਹੜੀ ਐਂਟੀਸੀਡੇਟਿਵ ਡਰੱਗਸ ਹੈ, ਜਿਸ ਤਰ੍ਹਾਂ ਨੈਲੋਰਫਿਨ, ਐਮੀਫੈਨਾਜ਼ੋਲ, ਲੈਥੀਡਰੋਨ, ਡੈਪਟਾਜ਼ੋਲ, ਇਸ ਤਰ੍ਹਾਂ ਦੀ ਚੀਜ਼ਾਂ ਦਿੱਤੀਆਂ ਜਾਂਦੀਆਂ ਹੈਗੀਆਂ ਸ਼ੌਕ ਨੂੰ ਬਚਾਉਣ ਵਾਸਤੇ, ਤਾਂ ਕਿ ਪੇਸ਼ੈਂਟ ਸ਼ੌਕ ਵਿੱਚ, ਮੈਂ ਹੁਣੇ ਗੱਲ ਦੱਸੀ ਨਾ ਕਿ ਸ਼ੌਕ ਵਿੱਚ ਪੇਸ਼ੈਂਟ ਜਾ ਸਕਦਾ ਹੈਗਾ। ਸੋ ਆਈਵੀ ਸਲਾਈਨਸ ਯੂਜ਼ ਕਰਦੇ ਹੈਗੇ, ਆਈਸੋਟੋਨਿਕ ਸਲਾਈਨਸ ਯੂਜ਼ ਕਰਦੇ ਹੈਗੇ, ਦੈਟ ਮੀਨਸ ਆਰਐਲ ਰਿੰਗਲ ਲੈਕਟੇਟ ਵਗੈਰਾ ਜਿਹੜਾ ਹੈਗਾ ਉਹਨੂੰ ਯੂਜ਼ ਕੀਤਾ ਜਾਂਦਾ ਹੈਗਾ, ਠੀਕ ਹੈ। ਤੇ ਇਸ ਤੋਂ ਇਲਾਵਾ ਅਗਰ ਗੱਲ ਕਰੀਏ, ਕੁਝ ਐਂਟੀਡੋਟਸ ਐਂਟੀਬਾਇਓਟਿਕਸ ਵੀ ਯੂਜ਼ ਕੀਤੇ ਜਾਂਦੇ ਹੈਗੇ। ਅਗਰ ਪੇਸ਼ੈਂਟ ਸਾਹ ਲੈਣ ਵਿੱਚ ਮੁਸ਼ਕਿਲ ਹੋ ਰਹੀ ਹੈ ਤਾਂ ਆਰਟੀਫਿਸ਼ੀਅਲ ਰੈਸਪੀਰੇਸ਼ਨ ਦਾ ਤੁਸੀਂ ਆਕਸੀਜਨ ਵੈਂਟੀਲੇਟਰ ਦਾ ਯੂਜ਼ ਕਰ ਸਕਦੇ ਹੈਗੇ ਹੋ। और अगर श्वसन और सर्कुलेटरी फेलियर हो जाता है, आईवी कोरामीन आता है, उस इंजेक्शन का यूज़ किया जा सकता है। तो आयुर्वेद की गल करिए तो दुध, घी, कड़वी नीम, मकोए, कपास, इमली की पत्ती का रस, रण की जड़, कोकनों के कलक, अखरोट की गिरी, बिनोले और फिटकी का चून, तेजबल का कलक, हींग, अफीम की नाशक बनी गई है। ज़्यादातर तुम घर में देखोगे प्रैक्टिस कर दो की करते हैं, अफीमची के कोल तुहानूं ज़्यादातर अफीम हींग की वो मिलेगी, कुछ ना कुछ थोड़ी बहुत हींग मिलेगी, क्योंकि हींग की है स्मैल के नाल भी तो खाण के नाल भी थोड़ा बहुत इसका नशा दूर करती है। इसलिए ज़्यादातर घर में की करते हैं, ज़्यादा लेडीज़ ही करती हैं, हींग तेज़ पा देंगे जो अफीम खाने वाले, ताकि नशा उतर जाए। सो अगर 24 घंटे तक पेशेंट अगर तकरीबन 20 तो 24 घंटे तक पेशेंट रिवाइव कर जाता है तो वो रिवाइवल के चांसिस बहुत ज़्यादा ब्राइट हो जाते हैं। सो ऐसी पार्ट अफीम का जोड़ा है।